प्यारे बच्चों, ਅਸੀਂ ਤੀਸਰੀ ਜਮਾਤ ਦੀ ਗਣਿਤ ਦੀ ਕਿਤਾਬ ਦੇ ਵਿੱਚੋਂ ਅਧਿਆਇ ਨੰਬਰ 1 ਕਰ ਰਹੇ ਹਾਂ, ਜਿਸ ਦਾ ਨਾਮ ਹੈ ਸੰਖਿਆਵਾਂ। ਪਿਛਲੀ ਵੀਡੀਓ ਦੇ ਵਿੱਚ ਅਸੀਂ ਪੰਨਾ ਨੰਬਰ 16 ਤੱਕ ਦੀਆਂ ਕਿਰਿਆਵਾਂ ਨੂੰ ਸਮਝਿਆ ਸੀ, ਜਿਸ ਵਿੱਚ ਅਸੀਂ ਸਮਝਿਆ ਸੀ ਕਿ ਕਿਸ ਤਰ੍ਹਾਂ ਅਸੀਂ 101 ਤੋਂ ਲੈ ਕੇ 1000 ਤੱਕ ਦੀ ਗਿਣਤੀ ਨੂੰ ਲਿਖਣਾ ਹੈ। ਆਓ ਹੁਣ ਇਸ ਤੋਂ ਅਗਲੇ ਪੰਨਿਆਂ ਦੇ ਉੱਪਰ ਦੇਖਦੇ ਹਾਂ ਕਿ ਕਿਹੜੀਆਂ-ਕਿਹੜੀਆਂ ਕਿਰਿਆਵਾਂ ਦਿੱਤੀਆਂ ਹੋਈਆਂ ਹਨ। ਇਹ ਹੈ ਪੰਨਾ ਨੰਬਰ 17। ਕਿਰਿਆ ਨੰਬਰ 5, ਦਿੱਤੇ ਅਨੁਸਾਰ ਪੁੱਠੀ ਗਿਣਤੀ ਲਿਖੋ। ਤਾਂ ਬੱਚੋ ਇੱਥੇ ਅਸੀਂ ਜਿਹੜੀ ਸਾਨੂੰ ਗਿਣਤੀ ਦਿੱਤੀ ਹੈ, ਅਸੀਂ ਇਸ ਤੋਂ ਪੁੱਠੀ ਗਿਣਤੀ ਲਿਖਣੀ ਹੈ, ਯਾਨੀ ਕਿ ਉਲਟੀ ਗਿਣਤੀ ਲਿਖਣੀ ਹੈ। ਗਿਣਤੀ ਦੇ ਜਿਹੜੇ ਵੀ ਅੰਕ ਸਾਨੂੰ ਦਿੱਤੇ ਹਨ, ਅਸੀਂ ਇਸ ਤੋਂ ਪਹਿਲਾਂ ਆਉਣ ਵਾਲੇ ਅੰਕਾਂ ਨੂੰ ਲਿਖਣਾ ਹੈ ਦਿੱਤੀ ਹੋਈ ਜਗ੍ਹਾ ਦੇ ਵਿੱਚ। ਤਾਂ ਆਓ ਇੱਥੋਂ ਸ਼ੁਰੂ ਕਰਦੇ ਹਾਂ। ਇੱਥੇ ਲਿਖਿਆ ਹੈ 130। 130 ਤੋਂ ਪਹਿਲਾਂ ਆਉਂਦਾ ਹੈ 129। 129 ਤੋਂ ਪਹਿਲਾਂ 128। ਇਸ ਤੋਂ ਪਹਿਲਾਂ 127। ਇਸ ਤੋਂ ਪਹਿਲਾਂ 126। ਇਸ ਤੋਂ ਪਹਿਲਾਂ 125। ਇਸ ਤੋਂ ਪਹਿਲਾਂ 124। ਇਸੇ ਤਰ੍ਹਾਂ ਹੀ ਅਸੀਂ ਇੱਥੇ ਗਿਣਤੀ ਲਿਖਾਂਗੇ। 227 ਤੋਂ ਪਹਿਲਾਂ ਆਉਣ ਵਾਲੇ ਅੰਕ 226, 225, 224, 223, 222, 221। ਇੱਥੇ ਲਿਖਿਆ ਹੈ 359। 359 ਤੋਂ ਪਹਿਲਾਂ ਆਉਣ ਵਾਲੇ ਅੰਕ 358, 357, 356, 355, 354, 353। 472। 472 ਤੋਂ ਪਹਿਲਾਂ ਆਉਣ ਵਾਲੇ ਅੰਕ 471, 470, 469, 468, 467, 466। 501। 501 ਤੋਂ ਪਹਿਲਾਂ ਆਉਣ ਵਾਲੇ ਅੰਕ 500, 499, 498, 497, 496, 495। ਅੱਗੇ ਹੈ 569। 569 ਤੋਂ ਪਹਿਲਾਂ 568, 567, 566, 565, 564, 563। 604। 604 ਤੋਂ ਪਹਿਲਾਂ ਆਉਣ ਵਾਲੇ ਅੰਕ 603, 602, 601, 600, 599, 598। 715। 715 ਤੋਂ ਪਹਿਲਾਂ ਆਉਣ ਵਾਲੇ ਅੰਕ 714, 713, 712, 711, 710, 709। 800। 800 ਤੋਂ ਪਹਿਲਾਂ ਆਉਣ ਵਾਲੇ ਅੰਕ 799, 798, 797, 796, 795, 794। 999। 999 ਤੋਂ ਪਹਿਲਾਂ ਆਉਣ ਵਾਲੇ ਅੰਕ 988, 987, 986, 985, 984, 983। ਇੱਥੇ ਲਿਖਿਆ ਹੈ 700। 700 ਤੋਂ ਪਹਿਲਾਂ ਆਉਣ ਵਾਲੇ ਅੰਕ 699, 698, 697, 696, 695, 694। 600। 600 ਤੋਂ ਪਹਿਲਾਂ ਆਉਣ ਵਾਲੇ ਅੰਕ 599, 598, 597, 596, 595, 594।
500। 500 ਤੋਂ ਪਹਿਲਾਂ ਆਉਣ ਵਾਲੇ ਅੰਕ 499, 498, 497, 496, 495, 494। 400। 400 ਤੋਂ ਪਹਿਲਾਂ ਆਉਣ ਵਾਲੇ ਅੰਕ 399, 398, 397, 396, 395, 394। 300। 300 ਤੋਂ ਪਹਿਲਾਂ ਆਉਣ ਵਾਲੇ ਅੰਕ 299, 298, 297, 296, 295, 294। ਆਓ ਹੁਣ ਅੱਗੇ ਚੱਲਦੇ ਹਾਂ। ਕਿਰਿਆ ਨੰਬਰ 6, ਬਿਲਕੁਲ ਬਾਅਦ ਵਾਲੀ ਸੰਖਿਆ ਲਿਖੋ। ਤਾਂ ਬੱਚੋ ਇੱਥੇ ਜਿਹੜੀਆਂ ਸਾਨੂੰ ਸੰਖਿਆਵਾਂ ਦਿੱਤੀਆਂ ਹਨ, ਅਸੀਂ ਇਸ ਤੋਂ ਬਾਅਦ ਵਾਲੀਆਂ ਸੰਖਿਆਵਾਂ ਲਿਖਣੀਆਂ ਹਨ ਜਿਹੜੀਆਂ ਇਹਨਾਂ ਤੋਂ ਬਾਅਦ ਵਿੱਚ ਆਉਂਦੀਆਂ ਹਨ। 463। 463 ਤੋਂ ਬਾਅਦ ਵਿੱਚ ਆਉਣ ਵਾਲੀ ਸੰਖਿਆ ਹੈ 464। ਇਸੇ ਤਰ੍ਹਾਂ ਹੀ ਇੱਥੇ 398। 398 ਤੋਂ ਬਾਅਦ ਵਿੱਚ ਆਉਣ ਵਾਲੀ ਸੰਖਿਆ 399। 999। 999 ਤੋਂ ਬਾਅਦ ਵਿੱਚ ਆਉਣ ਵਾਲੀ ਸੰਖਿਆ 990। ਅੱਗੇ ਹੈ ਕਿਰਿਆ ਨੰਬਰ 7, ਬਿਲਕੁਲ ਪਹਿਲਾਂ ਵਾਲੀ ਸੰਖਿਆ ਲਿਖੋ। ਤਾਂ ਜਿਹੜੀਆਂ ਬੱਚੋ ਇੱਥੇ ਸੰਖਿਆਵਾਂ ਦਿੱਤੀਆਂ ਹਨ, ਅਸੀਂ ਇਹਨਾਂ ਤੋਂ ਪਹਿਲਾਂ ਆਉਣ ਵਾਲੀ ਸੰਖਿਆ ਲਿਖਣੀ ਹੈ 605। 605 ਤੋਂ ਪਹਿਲਾਂ ਆਉਂਦਾ ਹੈ 604। ਇਸੇ ਤਰ੍ਹਾਂ ਹੀ 865। 865 ਤੋਂ ਪਹਿਲਾਂ ਆਵੇਗਾ 864। 780। 780 ਤੋਂ ਪਹਿਲਾਂ ਆਉਂਦਾ ਹੈ 779। ਕਿਰਿਆ ਨੰਬਰ 8, ਵਿਚਕਾਰਲੀ ਸੰਖਿਆ ਲਿਖੋ। ਵਿਚਕਾਰਲੀ ਸੰਖਿਆ ਹੁੰਦੀ ਹੈ ਬੱਚੋ ਦੋ ਸੰਖਿਆਵਾਂ ਦੇ ਵਿਚਾਲੇ ਆਉਣ ਵਾਲੀ ਸੰਖਿਆ। ਜਿਸ ਤਰ੍ਹਾਂ ਇੱਥੇ ਸਾਨੂੰ ਸੰਖਿਆਵਾਂ ਦਿੱਤੀਆਂ ਹਨ, ਇਹਨਾਂ ਦੇ ਵਿਚਾਲੇ ਵਾਲਾ ਖਾਨਾ ਖਾਲੀ ਹੈ, ਤਾਂ ਅਸੀਂ ਇਹਨਾਂ ਸੰਖਿਆਵਾਂ ਦੇ ਵਿਚਾਲੇ ਆਉਣ ਵਾਲੀ ਸੰਖਿਆ ਇੱਥੇ ਲਿਖਾਂਗੇ। ਇੱਥੇ ਹੈ 120, 122। ਇਹਨਾਂ ਦੋਵਾਂ ਦੇ ਵਿਚਕਾਰਲੀ ਸੰਖਿਆ ਹੈ 121। 299, 301। ਇਹਨਾਂ ਦੋਵਾਂ ਸੰਖਿਆਵਾਂ ਦੇ ਵਿਚਕਾਰਲੀ ਸੰਖਿਆ ਹੈ 300। 559, 561। ਇਹਨਾਂ ਦੋਵਾਂ ਦੇ ਵਿਚਕਾਰਲੀ ਸੰਖਿਆ ਹੈ 560। ਇਸ ਤੋਂ ਅੱਗੇ ਲਿਖਿਆ ਹੈ ਦਿੱਤੀ ਸੰਖਿਆ ਤੋਂ ਬਿਲਕੁਲ ਪਹਿਲਾਂ ਵਾਲੀ ਸੰਖਿਆ ਨੂੰ ਪਿਛੇਤਰ ਸੰਖਿਆ ਕਿਹਾ ਜਾਂਦਾ ਹੈ। ਪਿਛੇਤਰ ਸੰਖਿਆ ਦਾ ਮਤਲਬ ਹੁੰਦਾ ਹੈ ਬੱਚੋ ਪਿੱਛੇ ਵਾਲੀ ਸੰਖਿਆ। ਇੱਧਰ ਲਿਖਿਆ ਹੈ ਦਿੱਤੀ ਸੰਖਿਆ ਤੋਂ ਬਿਲਕੁਲ ਬਾਅਦ ਵਾਲੀ ਸੰਖਿਆ ਨੂੰ ਅਗੇਤਰ ਸੰਖਿਆ ਕਿਹਾ ਜਾਂਦਾ ਹੈ। ਅਗੇਤਰ ਸੰਖਿਆ ਦਾ ਮਤਲਬ ਹੁੰਦਾ ਹੈ ਅੱਗੇ ਵਾਲੀ ਸੰਖਿਆ। ਤਾਂ ਇਸ ਦਾ ਮਤਲਬ ਹੈ ਬੱਚੋ ਕਿਸੇ ਵੀ ਸੰਖਿਆ ਤੋਂ ਬਿਲਕੁਲ ਪਹਿਲਾਂ ਆਉਣ ਵਾਲੀ ਸੰਖਿਆ ਨੂੰ ਉਸਦੀ ਪਿਛੇਤਰ ਸੰਖਿਆ ਕਹਿੰਦੇ ਹਨ ਅਤੇ ਬਿਲਕੁਲ ਬਾਅਦ ਵਿੱਚ ਆਉਣ ਵਾਲੀ ਸੰਖਿਆ ਨੂੰ ਉਸਦੀ ਅਗੇਤਰ ਸੰਖਿਆ ਕਹਿੰਦੇ ਹਨ। ਜਿਸ ਤਰ੍ਹਾਂ ਇੱਥੇ ਉਦਾਹਰਨ ਦੇ ਵਿੱਚ 300। 300 ਤੋਂ ਬਿਲਕੁਲ ਪਹਿਲਾਂ ਵਾਲੀ ਸੰਖਿਆ 299, ਇਹ ਇਸ ਦੀ ਪਿਛੇਤਰ ਸੰਖਿਆ ਹੈ ਅਤੇ 300 ਤੋਂ ਬਿਲਕੁਲ ਬਾਅਦ ਵਾਲੀ ਸੰਖਿਆ 301, ਇਹ ਇਸ ਦੀ ਅਗੇਤਰ ਸੰਖਿਆ ਹੈ। ਇਸੇ ਤਰ੍ਹਾਂ ਹੀ ਇੱਧਰ 560। 560 ਤੋਂ ਬਿਲਕੁਲ ਪਹਿਲਾਂ ਵਾਲੀ ਸੰਖਿਆ 559, ਇਹ ਇਸ ਦੀ ਪਿਛੇਤਰ ਸੰਖਿਆ ਹੈ ਅਤੇ 560 ਤੋਂ ਬਿਲਕੁਲ ਬਾਅਦ ਆਉਣ ਵਾਲੀ ਸੰਖਿਆ 561, ਇਹ ਇਸ ਦੀ ਅਗੇਤਰ ਸੰਖਿਆ ਹੈ। ਇਸ ਤੋਂ ਅੱਗੇ ਲਿਖਿਆ ਹੈ ਕਿਸੇ ਸੰਖਿਆ ਵਿੱਚ 1 ਜੋੜਨ 'ਤੇ ਅਗੇਤਰ ਸੰਖਿਆ ਪ੍ਰਾਪਤ ਹੁੰਦੀ ਹੈ। ਕਿਸੇ ਸੰਖਿਆ ਵਿੱਚੋਂ 1 ਘਟਾਉਣ 'ਤੇ ਪਿਛੇਤਰ ਸੰਖਿਆ ਪ੍ਰਾਪਤ ਹੁੰਦੀ ਹੈ। ਤਾਂ ਇਸ ਦਾ ਮਤਲਬ ਹੈ ਬੱਚੋ ਜੇਕਰ ਅਸੀਂ ਕਿਸੇ ਵੀ ਸੰਖਿਆ ਦੀ ਅਗੇਤਰ ਸੰਖਿਆ ਪਤਾ ਕਰਨੀ ਹੋਵੇ ਜਾਂ ਪਿਛੇਤਰ ਸੰਖਿਆ ਪਤਾ ਕਰਨੀ ਹੋਵੇ ਤਾਂ ਅਸੀਂ ਉਸ ਵਿੱਚ 1 ਜੋੜ ਕੇ ਜਾਂ 1 ਨੂੰ ਘਟਾ ਕੇ ਪਤਾ ਕਰ ਸਕਦੇ ਹਾਂ। ਜਿਸ ਤਰ੍ਹਾਂ ਇੱਥੇ ਉਦਾਹਰਨ ਵਜੋਂ
ਅਸੀਂ 300 ਦੀ ਅਗੇਤਰ ਸੰਖਿਆ ਪਤਾ ਕਰਨੀ ਹੋਵੇ ਤਾਂ ਅਸੀਂ 300 ਦੇ ਵਿੱਚ 1 ਜੋੜ ਦੇਵਾਂਗੇ ਤਾਂ ਸਾਨੂੰ ਇਸ ਤੋਂ ਅਗੇਤਰ ਸੰਖਿਆ ਮਿਲ ਜਾਵੇਗੀ 301। ਜੇਕਰ ਅਸੀਂ 300 ਦੀ ਪਿਛੇਤਰ ਸੰਖਿਆ ਪਤਾ ਕਰਨੀ ਹੈ ਤਾਂ ਅਸੀਂ ਇਸ ਦੇ ਵਿੱਚੋਂ 1 ਘਟਾ ਦਿਆਂਗੇ ਤਾਂ ਸਾਨੂੰ ਇਸ ਤੋਂ ਪਿਛੇਤਰ ਸੰਖਿਆ ਮਿਲ ਜਾਵੇਗੀ 299। ਆਓ ਹੁਣ ਇਸ ਤੋਂ ਅੱਗੇ ਚੱਲਦੇ ਹਾਂ। ਰੋਜ਼ਾਨਾ ਜ਼ਿੰਦਗੀ ਵਿੱਚ ਪਿਛਲਾ ਸਾਲ, ਚੱਲਦਾ ਸਾਲ, ਆਉਣ ਵਾਲਾ ਸਾਲ। ਤਾਂ ਇਹ ਬੱਚਿਓ ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਗੱਲਾਂ ਵਿੱਚੋਂ ਹੈ। ਅਸੀਂ ਇੱਕ ਦੂਜੇ ਨੂੰ ਇਹ ਪੁੱਛਦੇ ਰਹਿੰਦੇ ਹਾਂ ਕਿ ਪਿਛਲਾ ਸਾਲ ਕਿਹੜਾ ਸੀ ਅਤੇ ਆਉਣ ਵਾਲਾ ਸਾਲ ਕਿਹੜਾ ਹੋਵੇਗਾ। ਇੱਥੇ ਲਿਖਿਆ ਹੈ 219। 219 ਤੋਂ ਪਿਛਲਾ ਸਾਲ ਇਹ ਜਾਣਨ ਲਈ ਅਸੀਂ ਇਸ ਦੇ ਵਿੱਚੋਂ 1 ਘਟਾ ਦਿਆਂਗੇ ਤਾਂ ਸਾਨੂੰ ਮਿਲ ਜਾਂਦਾ ਹੈ 218। ਆਉਣ ਵਾਲਾ ਸਾਲ ਇਹ ਜਾਣਨ ਲਈ ਅਸੀਂ ਇਸ ਦੇ ਵਿੱਚ 1 ਜੋੜ ਦੇਵਾਂਗੇ ਤਾਂ ਸਾਨੂੰ ਮਿਲ ਜਾਂਦਾ ਹੈ 220। ਆਓ ਹੁਣ ਅੱਗੇ ਚੱਲਦੇ ਹਾਂ। ਕਿਰਿਆ ਨੰਬਰ 9, ਦਿੱਤੀਆਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖੋ। ਤਾਂ ਇੱਥੇ ਬੱਚੋ ਸਾਨੂੰ ਸੰਖਿਆਵਾਂ ਦਿੱਤੀਆਂ ਹਨ, ਅਸੀਂ ਇਹਨਾਂ ਨੂੰ ਸ਼ਬਦਾਂ ਦੇ ਵਿੱਚ ਹੇਠਾਂ ਦਿੱਤੀ ਜਗ੍ਹਾ ਦੇ ਉੱਪਰ ਲਿਖਣਾ ਹੈ। ਸਭ ਤੋਂ ਪਹਿਲੀ ਸੰਖਿਆ ਹੈ 110। ਤਾਂ ਇਸ ਨੂੰ ਅਸੀਂ ਸ਼ਬਦਾਂ ਵਿੱਚ ਇਸ ਤਰ੍ਹਾਂ ਲਿਖਾਂਗੇ 110। ਇਸ ਤੋਂ ਅਗਲੀ ਸੰਖਿਆ ਹੈ 147। ਇਸ ਨੂੰ ਅਸੀਂ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 147। ਇਸ ਤੋਂ ਅੱਗੇ ਹੈ 303। ਇਸ ਨੂੰ ਅਸੀਂ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 303। ਇਸ ਤੋਂ ਅਗਲੀ ਸੰਖਿਆ 759। ਤਾਂ ਇਸ ਨੂੰ ਅਸੀਂ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 759। ਇਸ ਤੋਂ ਅਗਲੀ ਸੰਖਿਆ ਹੈ 841। ਅਸੀਂ ਇਸ ਨੂੰ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 841। ਇਸ ਤੋਂ ਅਗਲੀ ਸੰਖਿਆ ਹੈ 207। ਇਸ ਨੂੰ ਅਸੀਂ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 207। ਇਸ ਤੋਂ ਅਗਲੀ ਸੰਖਿਆ ਹੈ 500। ਇਸ ਨੂੰ ਅਸੀਂ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 500। ਇਸ ਤੋਂ ਅੱਗੇ ਹੈ 600। ਇਸ ਨੂੰ ਅਸੀਂ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 600। ਇਸ ਤੋਂ ਅੱਗੇ ਹੈ 410। ਇਸ ਨੂੰ ਅਸੀਂ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 410। ਕਿਰਿਆ ਨੰਬਰ 10, ਸੰਖਿਆਵਾਂ ਨੂੰ ਅੰਕਾਂ ਵਿੱਚ ਲਿਖੋ। ਤਾਂ ਇੱਥੇ ਬੱਚੋ ਸਾਨੂੰ ਸੰਖਿਆਵਾਂ ਸ਼ਬਦਾਂ ਦੇ ਵਿੱਚ ਦਿੱਤੀਆਂ ਹੋਈਆਂ ਹਨ, ਅਸੀਂ ਇਹਨਾਂ ਨੂੰ ਅੰਕਾਂ ਦੇ ਵਿੱਚ ਹੇਠਾਂ ਦਿੱਤੀ ਜਗ੍ਹਾ ਦੇ ਉੱਪਰ ਲਿਖਣਾ ਹੈ। ਇਹ ਲਿਖਿਆ ਹੈ 108। ਇਸ ਨੂੰ ਅਸੀਂ ਅੰਕਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 108। ਇਸ ਤੋਂ ਅੱਗੇ ਹੈ 251। ਇਸ ਨੂੰ ਅਸੀਂ ਅੰਕਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 251। ਇਸ ਤੋਂ ਅੱਗੇ ਹੈ 385। ਇਸ ਨੂੰ ਅਸੀਂ ਅੰਕਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 385। ਇਸ ਤੋਂ ਅੱਗੇ ਹੈ 470। ਇਸ ਨੂੰ ਅਸੀਂ ਅੰਕਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 470। ਇਸ ਤੋਂ ਅੱਗੇ 579। ਇਸ ਨੂੰ ਅਸੀਂ ਅੰਕਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 579। ਇਸ ਤੋਂ ਅੱਗੇ ਹੈ 643। ਇਸ ਨੂੰ ਅਸੀਂ ਅੰਕਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 643। ਅੱਗੇ ਹੈ 916। ਇਸ ਨੂੰ ਅਸੀਂ ਅੰਕਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 916। ਅੱਗੇ ਹੈ 745। ਇਸ ਨੂੰ ਅਸੀਂ ਅੰਕਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 745। ਇਸ ਤੋਂ ਅਗਲਾ ਹੈ 849। ਇਸ ਨੂੰ ਅਸੀਂ ਅੰਕਾਂ ਦੇ ਵਿੱਚ ਇਸ ਤਰ੍ਹਾਂ ਲਿਖਾਂਗੇ 849। ਤਾਂ ਇਹ ਸਨ ਬੱਚਿਓ ਇਸ ਅਧਿਆਇ ਦੀਆਂ ਪੰਨਾ ਨੰਬਰ 19 ਤੱਕ ਦੀਆਂ ਕਿਰਿਆਵਾਂ। ਉਮੀਦ ਹੈ ਤੁਹਾਨੂੰ ਸਮਝ ਆ ਗਈਆਂ ਹੋਣਗੀਆਂ। ਤੁਸੀਂ ਇਸ ਤਰ੍ਹਾਂ ਦੀਆਂ ਕਿਰਿਆਵਾਂ ਆਪਣੀ ਕਿਤਾਬ ਵਿੱਚ ਦਿੱਤੀ ਹੋਈ ਜਗ੍ਹਾ ਦੇ ਉੱਪਰ ਕਰਕੇ ਇਹਨਾਂ ਦਾ ਅਭਿਆਸ ਕਰੋ। ਧੰਨਵਾਦ ਬੱਚਿਓ।